ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਡੇ ਸਾਰੇ ਦਰਸ਼ਕਾਂ ਦਾ। ਮੈਂ ਜਗਜੀਤ ਸਿੰਘ ਲੈ ਕੇ ਤੁਹਾਡੇ ਲਈ ਖਾਸ ਪੇਸ਼ਕਸ਼ ਗੂੰਜਾਂ ਸਿੱਖ ਵਿਰਸੇ ਦੀਆਂ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ। ਸੋ ਇਸ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾਂਦੇ ਕਾਰਜਾਂ ਦੀ ਸੰਪੂਰਨ ਜਾਣਕਾਰੀ ਆਪ ਤੱਕ ਪਹੁੰਚਾਉਂਦੇ ਹਾਂ। ਸੋ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਿੰਗ ਬੋਰਡ ਦੀ ਬੈਠਕ ਵਿੱਚ ਕਿਹੜੇ ਅਹਿਮ ਫੈਸਲੇ ਲਏ ਗਏ ਅਤੇ ਕਿਹਨਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਉਸ 'ਤੇ ਵੀ ਨਜ਼ਰ ਪਾਵਾਂਗੇ। ਸੋ ਸ਼ੁਰੂਆਤ ਕਰਦੇ ਹਾਂ ਜੀ, ਜਿਸ ਦਾ ਨਾਮ ਹੈ ਗੂੰਜਾਂ ਸਿੱਖ ਵਿਰਸੇ ਦੀਆਂ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਿੰਗ ਬੋਰਡ ਦੀ ਬੈਠਕ ਕੀਤੀ ਗਈ, ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਅਤੇ ਕਰਤਾਰਪੁਰ ਸਾਹਿਬ ਲਾਂਘੇ ਤੇ ਚਰਚਾ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਤਰਿੰਗ ਬੋਰਡ ਦੀ ਬੈਠਕ ਕੀਤੀ ਗਈ, ਜਿਸ 'ਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਬੈਠਕ 'ਚ ਮਨਜੀਤ ਸਿੰਘ ਜੀਕੇ, ਮਨਜਿੰਦਰ ਸਿੰਘ ਸਿਰਸਾ ਤੇ ਅਵਤਾਰ ਸਿੰਘ ਹਿੱਤ ਸਣੇ ਕਈ ਸੀਨੀਅਰ ਆਗੂ ਵੀ ਮੌਜੂਦ ਰਹੇ। ਬੈਠਕ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸੰਬੰਧੀ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਤੇ ਚਰਚਾ ਕੀਤੀ ਗਈ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਗ ਬੋਰਡ ਦੀ ਮੀਟਿੰਗ ਬੁਲਾਈ ਗਈ ਸੀਗੀ। ਉਸ ਮੀਟਿੰਗ ਦੇ ਵਿੱਚ ਸ਼ਤਾਬਦੀ ਜਿਹੜੀ ਗੁਰੂ ਨਾਨਕ ਪਾਤਸ਼ਾਹ ਦੀ ਆ ਰਹੀ, ਉਹਦੇ ਬਾਰੇ, ਗੁਰਪੁਰਬਾਂ ਬਾਰੇ, ਸਾਡੇ ਕੋਲ ਕਾਲਜਿਸ ਦੇ ਇਸ਼ੂ ਸੀ ਉਸ ਬਾਰੇ, ਔਰ ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੋਲ੍ਹਿਆ ਗਿਆ ਉਹਦੇ ਬਾਰੇ ਅਸੀਂ ਦੋਵੇਂ ਸਰਕਾਰਾਂ ਦਾ ਔਰ ਜਥੇਬੰਦੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸਾਰੇ ਕੰਮ ਕੀਤੇ ਸੀ। ਅੰਤਰਿੰਗ ਬੋਰਡ ਦੀ ਬੈਠਕ ਦੌਰਾਨ ਮਨਜੀਤ ਸਿੰਘ ਜੀਕੇ ਨੇ ਲਾਂਘੇ ਦੇ ਲਈ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਦਾ ਧੰਨਵਾਦ ਕੀਤਾ, ਉੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਉਣ ਵਾਲੇ ਪ੍ਰਕਾਸ਼ ਪੁਰਬ ਤੇ ਵੱਡੇ ਸਮਾਗਮ ਕਰਵਾਏ ਜਾਣ ਦਾ ਵੀ ਐਲਾਨ ਕੀਤਾ। ਜਿਹੜਾ ਲਾਂਘਾ ਕਰਤਾਰਪੁਰ ਸਾਹਿਬ ਦਾ ਖੋਲ੍ਹਿਆ ਗਿਆ ਉਹਦੇ ਬਾਰੇ ਅਸੀਂ ਦੋਵੇਂ ਸਰਕਾਰਾਂ ਦਾ ਔਰ ਜਥੇਬੰਦੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸਾਰੇ ਕੰਮ ਕੀਤੇ ਸੀਗੇ। ਔਰ ਹਰੇਕ ਸਿੱਖ ਦੀ ਇਹ ਡਿਮਾਂਡ ਸੀਗੀ, ਅਰਦਾਸਾਂ ਕਰਦੇ ਸੀ 1947 ਤੋਂ ਕਿ ਜਿਹੜੇ ਗੁਰਦੁਆਰੇ ਪੰਥ ਤੋਂ ਵਿਛੋੜੇ ਗਏ ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਦਾਰੇ ਬਖਸ਼ੇ। ਮੈਂ ਸਮਝਦਾ ਕਿ ਪ੍ਰਧਾਨ ਮੰਤਰੀ ਮੋਦੀ ਔਰ ਪ੍ਰਧਾਨ ਮੰਤਰੀ ਇਮਰਾਨ ਖਾਨ ਪਾਕਿਸਤਾਨ ਔਰ ਹਿੰਦੁਸਤਾਨ ਦੇ, ਉਹਨਾਂ ਨੇ ਭਾਵੇਂ ਦੋਵੇਂ ਮੁਲਕਾਂ ਦੇ ਆਪੋ 'ਚ ਬਾਇਲੈਟਰਲ ਇਸ਼ੂਜ਼ ਨਹੀਂ ਇਸ ਵੇਲੇ ਠੀਕ ਚੱਲ ਰਹੇ, ਲੇਕਿਨ ਫਿਰ ਵੀ ਉਹ ਫੈਸਲਾ ਲਿਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਔਰ ਹੋਰ ਜਥੇਬੰਦੀਆਂ, ਜਿਵੇਂ ਮੈਂ ਕਿਹਾ, ਉਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕੀਤਾ। ਭਾਰਤ ਪਾਕਿਸਤਾਨ ਦੀ ਵੰਡ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਦੇ ਸਰਹੱਦ ਪਾਰ ਚਲੇ ਜਾਣ ਨਾਲ ਨਾ ਸਿਰਫ ਸਿੱਖਾਂ ਸਗੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਸ਼ਰਧਾ ਰੱਖਣ ਵਾਲੇ ਲੋਕ ਉਸ ਮੁਕੱਦਸ ਅਸਥਾਨ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਲਈ ਤਰਸ ਰਹੇ ਸਨ। ਤੇ ਹੁਣ ਦੋਵੇਂ ਮੁਲਕਾਂ ਵਿਚਾਲੇ ਬਣਨ ਜਾ ਰਹੇ ਲਾਂਘੇ ਨਾਲ ਇਹ ਮੰਗ ਪੂਰੀ ਹੋਣ ਜਾ ਰਹੀ ਹੈ, ਜਿਸ ਨਾਲ ਪੂਰੀ ਦੁਨੀਆ 'ਚ ਵਸਦੀ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਹਰਪ੍ਰੀਤ ਸਿੰਘ ਬੰਦੇਸ਼ਾ, PTC ਨਿਊਜ਼, ਦਿੱਲੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਅਤੇ ਇਹ ਫੈਸਲਾ ਅਹੁਦੇਦਾਰਾਂ ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਨੂੰ ਵੇਖਦੇ ਹੋਏ ਲਿਆ ਗਿਆ ਤੇ ਹੁਣ ਨਵੇਂ ਸਿਰੇ ਤੋਂ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਵਿੱਚ ਵੱਡੇ ਫੇਰਬਦਲ ਹੋਣ ਜਾ ਰਹੇ ਨੇ। ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਚੱਲਦਿਆਂ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਸਣੇ ਸਾਰੇ ਅਹੁਦੇਦਾਰਾਂ ਵੱਲੋਂ ਅਸਤੀਫੇ ਦੇ ਦਿੱਤੇ ਗਏ ਨੇ। ਵੀਰਵਾਰ ਨੂੰ ਹੋਈ ਕਾਰਜਕਾਰਨੀ ਦੀ ਬੈਠਕ ਵਿੱਚ ਜਦੋਂ ਸਾਰੇ ਮੈਂਬਰ ਇੱਕ ਛੱਤ ਹੇਠ ਆਏ, ਉਦੋਂ ਇਹ ਵੱਡਾ ਫੈਸਲਾ ਲਿਆ ਗਿਆ। ਬੈਠਕ 'ਚ ਇਹ ਵੀ ਫੈਸਲਾ ਲਿਆ ਗਿਆ ਕਿ ਪ੍ਰਧਾਨ ਸਣੇ ਸਾਰੇ ਅਹੁਦੇਦਾਰਾਂ ਦੀ ਚੋਣ ਜੋ ਅਗਲੇ ਸਾਲ ਮਾਰਚ ਮਹੀਨੇ 'ਚ ਕੀਤੀ ਜਾਣੀ ਸੀ, ਹੁਣ 27 ਤੋਂ 30 ਦਸੰਬਰ ਦੇ ਵਿਚਾਲੇ ਕਰਾਈ ਜਾਵੇਗੀ। ਇਸ ਦੌਰਾਨ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਕਾਰਜਕਾਰਨੀ ਦਾ ਜੋ ਵੀ ਫੈਸਲਾ ਹੋਵੇਗਾ ਉਹ ਉਹਨਾਂ ਨੂੰ ਮਨਜ਼ੂਰ ਹੋਵੇਗਾ। ਹਾਊਸ ਦੇ ਵਿੱਚ ਇਹ ਫੈਸਲਾ ਲਿਆ ਕਿ ਕਈ ਦਿਨਾਂ ਤੋਂ, ਪਿਛਲੇ ਸਮੇਂ ਤੋਂ ਤੁਸੀਂ ਦੇਖ ਰਹੇ ਹੋਗੇ ਕਿ ਕਈ ਕਿਸਮ ਦੀਆਂ ਇਲਜ਼ਾਮਬਾਜ਼ੀਆਂ ਜਿਹੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਸੀਗੀਆਂ ਗੁਰਦੁਆਰਾ ਕਮੇਟੀ ਦੇ ਉੱਤੇ, ਅਹੁਦੇਦਾਰ ਸਾਹਿਬਾਨ ਦੇ ਉੱਤੇ,
ਹੋਰ ਕਈ ਜਿਹੜੇ ਕਨੈਕਟਡ ਲੋਕ ਨੇ ਉਹਨਾਂ ਦੇ ਉੱਤੇ ਕਾਫੀ ਕਿਸਮ ਦੀ ਇਲਜ਼ਾਮਬਾਜ਼ੀਆਂ ਲੱਗ ਰਹੀਆਂ ਸੀਗੀਆਂ। ਹਾਊਸ ਨੇ ਫੈਸਲਾ ਲਿਆ ਹੈ ਕਿ ਅਸੀਂ ਜਿਹੜੀ 21 ਦਿਨ ਦੇ ਬਾਅਦ ਡੇਟ ਬਣਦੀ ਹੈ, ਅਸੀਂ ਆਪਣੀ ਪ੍ਰੀਪੋਨ ਕਰ ਰਹੇ ਹਾਂ ਕਿ ਜਿਹੜੀ ਸਾਡੀ ਇਲੈਕਸ਼ਨ ਮਾਰਚ 'ਚ ਹੋਣੀ ਸੀਗੀ, ਅਸੀਂ ਐਗਜ਼ੈਕਟਿਵ ਦੀ ਇਲੈਕਸ਼ਨ ਜਿਹੜੀ ਹੈ ਸਾਰੇ ਹਾਊਸ ਨੇ ਡਿਸਾਈਡ ਕੀਤਾ ਹੈ ਕਿ ਇਹ ਇਲੈਕਸ਼ਨ ਅਸੀਂ ਦਸੰਬਰ ਦੇ ਆਖਰੀ 27 ਔਰ 28 ਦੇ 27 ਔਰ 30 ਦੇ ਵਿੱਚ ਗੁਰਪੁਰਬ ਦੀ ਡੇਟ ਦੇਖਦੇ ਹੋਏ 27 ਔਰ 30 ਦਸੰਬਰ ਦੇ ਵਿੱਚ ਕਰਾਉਣ ਲਈ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਡਾਇਰੈਕਟਰ ਗੁਰਦੁਆਰਾ ਕਮਿਸ਼ਨ ਨੂੰ ਲਿਖ ਦਿੱਤਾ ਹੈ, ਇਨਫੋਰਮੇਸ਼ਨ ਭੇਜ ਰਹੇ ਹਾਂ। ਇਹ ਅਸੀਂ ਸਾਰਿਆਂ ਨੇ ਯੂਨੈਨਿਮਸਲੀ ਪਾਸ ਕੀਤਾ ਹੈ। ਸਿਆਸਤ ਦੇ ਵਿੱਚ, ਧਾਰਮਿਕ ਸਿਆਸਤ ਦੇ ਵਿੱਚ ਬੜੇ ਬੜੇ ਇਲਜ਼ਾਮ ਲੱਗਦੇ ਨੇ, ਬੜੇ ਬੜੇ ਲੋਕਾਂ ਦੇ ਉੱਤੇ ਐਲੀਗੇਸ਼ਨ ਲੱਗਦੇ ਨੇ, FIR ਦਰਜ ਹੁੰਦੀਆਂ ਨੇ, ਕੋਰਟਾਂ ਤੋਂ ਜਜਮੈਂਟ ਵੀ ਆ ਜਾਂਦੀ ਹੈ, ਲੇਕਿਨ ਕੋਈ ਆਪਣਾ ਅਹੁਦਾ ਛੱਡਦਾ ਨਹੀਂ। ਮੈਂ ਸਮਝਦਾ ਵਾਂ, ਮੈਂ ਧੰਨਵਾਦ ਕਰਦਾ ਵਾਂ ਆਪਣੇ ਸਾਰੀ ਐਗਜ਼ੈਕਟਿਵ ਦਾ ਕਿ ਉਹਨਾਂ ਨੇ ਬਹੁਤ ਫਰਾਖ ਦਿਲੀ ਨਾਲ ਇਹ ਫੈਸਲਾ ਲਿਆ। ਮੇਰੇ ਅਹੁਦੇਦਾਰ ਸਾਹਿਬਾਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਕਿ ਖਾਲੀ ਅਫਵਾਹਾਂ ਤੇ ਖਾਲੀ ਐਲੀਗੇਸ਼ਨਸ ਦੇ ਉੱਤੇ ਅਸੀਂ ਇਹ ਫੈਸਲਾ ਲਿਆ ਕਿ ਗੁਰਦੁਆਰਾ ਕਮੇਟੀ ਇੱਕ ਧਾਰਮਿਕ ਬਾਡੀ ਹੈ ਔਰ ਇਸ ਧਾਰਮਿਕ ਬਾਡੀ ਦੇ ਉੱਤੇ ਇਹੋ ਜਿਹੇ ਇਲਜ਼ਾਮਬਾਜ਼ੀਆਂ ਠੀਕ ਨਹੀਂ ਨੇ। ਅਸੀਂ ਇਹ ਸਮਝਦੇ ਹਾਂ ਕਿ ਅਸੀਂ ਫਰੈਸ਼ ਇਲੈਕਸ਼ਨ ਕਰਾਉਣ ਜਾ ਰਹੇ ਹਾਂ ਔਰ ਜਿਹੜੀ ਫਰੈਸ਼ ਟੀਮ ਚੁਣੀ ਜਾਏਗੀ ਉਹ ਇੱਕ ਕਮੇਟੀ ਬਣਾਏਗੀ, ਇਹਨਾਂ ਸਾਰਿਆਂ ਨੂੰ ਇਨਕੁਆਇਰ ਕਰੇਗੀ ਔਰ ਉਹਦੀ ਜੋ ਵੀ ਫਾਈਂਡਿੰਗਸ ਹੋਣਗੀਆਂ ਜਾਂ ਜਿਹੜੇ ਪੁਲਿਸ ਕੋਲ ਕੇਸ ਚੱਲ ਰਹੇ ਨੇ ਉਹਦੀ ਜੋ ਵੀ ਫਾਈਂਡਿੰਗਸ ਹੋਣਗੀਆਂ ਉਹ ਸੰਗਤ ਦੇ ਸਾਹਮਣੇ ਲਿਆਂਦੀਆਂ ਜਾਣਗੀਆਂ। ਮੈਂ ਆਪਣੇ ਵੱਲੋਂ ਇਸ ਚੀਜ਼ ਦਾ ਵਾਅਦਾ, ਕਿਉਂਕਿ ਸੰਗਤ ਨੇ ਸਾਨੂੰ ਪਿਆਰ ਦਿੱਤਾ ਸੀ, ਸੰਗਤ ਨੇ ਸਾਨੂੰ ਚੁਣ ਕੇ ਭੇਜਿਆ ਸੀਗਾ, ਅਸੀਂ ਜਵਾਬਦੇਹ ਹਾਂ ਸੰਗਤ ਕੋਲ। ਇਹ ਕੋਰਟ ਕਚਹਿਰੀਆਂ ਇੱਕ ਪਾਸੇ ਰਹਿ ਗਈਆਂ, ਲੇਕਿਨ ਅਸੀਂ ਜਵਾਬਦੇਹ ਸੰਗਤ ਦੇ ਹਾਂ। ਮੈਂ ਸਮਝਦਾ ਵਾਂ ਕਿ ਗੁਰਦੁਆਰਾ ਕਮੇਟੀ ਦੇ ਕਿਸੇ ਵੀ ਅਹੁਦੇ ਦੇ ਉੱਤੇ ਮੈਂ ਜਦ ਤੱਕ ਇਹ ਇਲਜ਼ਾਮ ਨਹੀਂ ਕਲੀਅਰ ਹੁੰਦੇ ਮੈਂ ਆਪਣੇ ਆਪ ਨੂੰ ਨਹੀਂ ਰੱਖਣਾ ਚਾਹੁੰਦਾ। ਔਰ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੁਲਿਸ ਆਪਣੀ ਇਨਕੁਆਇਰੀ ਕਰੇ, ਸਾਰਾ ਕੁਝ ਕਰੇ, ਜਿਹੜਾ ਨਵਾਂ ਹਾਊਸ ਚੁਣ ਕੇ ਆਏਗਾ ਉਹ ਆਪਣੀ ਇਨਕੁਆਇਰੀ ਕਮੇਟੀ ਬਣਾਏ। ਅਸੀਂ ਵੀ ਇਨਕੁਆਇਰੀ ਕਮੇਟੀ ਬਣਾ ਸਕਦੇ ਸੀ, ਲੇਕਿਨ ਉਸ 'ਤੇ ਕਿੰਤੂ ਪਰੰਤੂ ਹੋ ਸਕਦੇ ਸੀਗੇ। ਸੋ ਅਸੀਂ ਆਪਣੀ ਹਾਈ ਕਮਾਂਡ ਦੇ ਨਾਲ ਸਲਾਹ ਕਰਕੇ ਇਹ ਸਾਰੇ ਫੈਸਲੇ ਲਏ ਨੇ। ਨਵੀਂ ਕਾਰਜਕਾਰਨੀ ਦੀ ਚੋਣ ਗੁਰਦੁਆਰਾ ਐਕਟ ਦੇ ਤਹਿਤ ਹੀ ਕਰਾਈ ਜਾਵੇਗੀ ਤੇ ਜਦ ਤੱਕ ਨਵੇਂ ਅਹੁਦੇਦਾਰਾਂ ਦੀ ਚੋਣ ਨਹੀਂ ਹੁੰਦੀ ਉਦੋਂ ਤੱਕ ਸਾਰੇ ਅਹੁਦੇਦਾਰ ਕਾਰਜਕਾਰੀ ਤੌਰ ਤੇ ਅਹੁਦੇ ਸੰਭਾਲਣਗੇ। ਜਿਹੜਾ ਸਾਡਾ ਐਗਜ਼ੈਕਟਿਵ ਬੋਰਡ ਆ ਉਸ ਦੀ ਇਲੈਕਸ਼ਨ ਜਿਹੜੀ 28-29 ਮਾਰਚ ਨੂੰ ਡਿਊ ਸੀ, ਅਸੀਂ ਉਸ ਇਲੈਕਸ਼ਨ ਨੂੰ ਪ੍ਰੀਪੋਨ ਕੀਤਾ ਹੈ। ਮਤਲਬ ਆਉਣ ਵਾਲੇ 21 ਦਿਨ 22 ਦਿਨ ਐਜ਼ ਪਰ ਐਕਟ ਅਸੀਂ ਲਿਖਤਾ ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨੂੰ। ਅਸੀਂ ਆਪਣੀ ਡੇਟ ਉਹਨਾਂ ਨੂੰ ਸੁਝਾਅ ਦੇ ਹਿਸਾਬ ਨਾਲ 28 ਤਰੀਕ ਕਿਹਾ ਹੈ, ਉਹ ਹੋ ਸਕਦਾ 27 29 ਜਾਂ 29 ਤਰੀਕ 29 ਦਸੰਬਰ ਕਿਹਾ, ਉਹ ਹੋ ਸਕਦਾ ਜਿਹੜੀ 1-2 ਦਿਨ ਅੱਗੇ ਪਿੱਛੇ ਕਰਨ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਐਜ਼ ਪਰ ਐਕਟ ਉਹ ਸਾਡੀ ਜਿਹੜੀ ਆ ਉਹ ਨਵੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਗਲੇ 2 ਸਾਲ ਵਾਸਤੇ ਅਗਲੇ ਸਾਡੇ ਐਗਜ਼ੈਕਟਿਵ ਬਾਡੀ ਨੂੰ ਚੁਣਨ ਵਾਸਤੇ ਸਾਨੂੰ ਡੇਟ ਦੇ ਦੇਣ ਐਜ਼ ਪਰ ਐਕਟ। ਪਰ ਜਿਹੜਾ ਇੱਕ ਸਵਾਲ ਉਹਨੇ ਪੁੱਛਿਆ ਜਾ ਰਿਹਾ ਹੈ ਡਿਜ਼ੋਲਵ ਨੋਨ ਡਿਜ਼ੋਲਵ, ਇਹ ਸਾਡਾ ਸੈੱਟ ਪ੍ਰੋਸੀਜਰ ਆ। ਹਰ 2 ਸਾਲਾਂ ਬਾਅਦ ਅਸੀਂ ਇਲੈਕਸ਼ਨ ਕਰਾਉਂਦੇ ਆ, ਹਰ 2 ਸਾਲਾਂ ਬਾਅਦ ਇਲੈਕਸ਼ਨ ਦਾ ਨੋਟਿਸ ਇਸੇ ਤਰ੍ਹਾਂ ਕੱਢਿਆ ਜਾਂਦਾ ਹੈ। ਉਹਦੇ ਅੰਦਰ ਕੋਈ ਚੀਜ਼ ਡਿਜ਼ੋਲਵ ਨਹੀਂ ਹੁੰਦੀ ਅਨਲੈਸ ਐਂਡ ਅੰਟਿਲ ਨਵੀਂ ਕਮੇਟੀ ਕਨਸਟੀਟਿਊਟ ਹੋਊਗੀ, ਜਿੱਦਣ ਪੁਰਾਣੀ ਆਟੋਮੈਟਿਕ ਡਿਜ਼ੋਲਵ ਹੋ ਜੂਗੀ। ਜਿਹੜਾ ਪ੍ਰਧਾਨ ਆ ਉਹਨੇ ਨਵੀਂ ਕਮੇਟੀ ਦੀ ਇਲੈਕਸ਼ਨ ਕਾਲ ਕਰਾਉਣੀ ਹੈ ਉੱਤੇ ਖਲੋ ਕੇ ਸਟੇਜ ਉੱਤੇ, ਔਰ ਉਹ ਜਿਹੜੀ ਨਵੀਂ ਕਮੇਟੀ ਬਣੂਗੀ ਆਟੋਮੈਟਿਕ ਉਸ ਦਿਨ ਤੱਕ ਦੀ ਇਹ ਕਮੇਟੀ ਐਗਜ਼ਿਸਟ ਕਰਦੀ ਹੈ ਜਿਸ ਦਿਨ ਤੱਕ ਨਵੀਂ ਕਮੇਟੀ ਦੀ ਕਨਸਟੀਟਿਊਟ ਨਹੀਂ ਹੁੰਦੀ। ਦਿੱਲੀ ਕਮੇਟੀ ਦੇ ਅਹੁਦੇਦਾਰਾਂ ਤੇ ਲੰਘੇ ਕੁਝ ਸਮੇਂ ਤੋਂ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਜਾ ਰਹੇ ਸਨ, ਜਿਸ ਤੋਂ ਬਾਅਦ ਅਕਾਲੀ ਦਲ ਵੱਲੋਂ ਕਾਰਜਕਾਰਨੀ ਭੰਗ ਕਰਨ ਦਾ ਫੈਸਲਾ ਇਸ ਕਰਕੇ ਲਿਆ ਗਿਆ ਤਾਂ ਜੋ ਇਲਜ਼ਾਮਾਂ ਦੀ ਜਾਂਚ ਨਿਰਪੱਖਤਾ ਨਾਲ ਕਰਵਾਈ ਜਾ ਸਕੇ। ਹਰਪ੍ਰੀਤ ਸਿੰਘ ਬੰਦੇਸ਼ਾ, PTC ਨਿਊਜ਼, ਦਿੱਲੀ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਜਾਰੀ ਰਹੇਗੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ 1984 ਦੇ ਮੁੱਖ ਮੁਲਜ਼ਮ ਜਗਦੀਸ਼ ਟਾਈਟਲਰ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।
ਉਹਨਾਂ ਨੇ ਕਿਹਾ ਕਿ ਟਾਈਟਲਰ ਖਿਲਾਫ ਗਵਾਹ ਅਭਿਸ਼ੇਕ ਵਰਮਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਨੇ ਅਤੇ ਅਜਿਹੇ ਵਿੱਚ ਗਵਾਹ ਨੂੰ ਸੁਰੱਖਿਆ ਦੇਣ ਦੇ ਨਾਲ-ਨਾਲ ਮੁਲਜ਼ਮ ਦੀ ਗ੍ਰਿਫਤਾਰੀ ਵੀ ਹੋਣੀ ਚਾਹੀਦੀ ਹੈ। ਅਭਿਸ਼ੇਕ ਵਰਮਾ ਜੀ ਦਾ ਲਾਈ ਡਿਟੈਕਟਰ ਟੈਸਟ ਹੋਇਆ ਹੈ ਔਰ ਇਹ ਟੈਸਟ ਕਈ ਸਾਲਾਂ ਤੋਂ ਅੜਿਆ ਸੀ। 1.5 ਸਾਲ ਤੋਂ ਮਸ਼ੀਨ ਖਰਾਬ ਸੀਗੀ ਦਿੱਲੀ ਸਰਕਾਰ ਦੀ। ਮੈਂ ਸਮਝਦਾ ਵਾਂ ਕਿ ਕਿਸ ਤਰੀਕੇ ਨਾਲ ਇਸ ਟੈਸਟ ਨੂੰ ਡਿਲੇ ਕੀਤਾ ਗਿਆ, ਕਿਸ ਤਰੀਕੇ ਨਾਲ ਇਹਦੇ 'ਚ ਰੁਕਾਵਟਾਂ ਪਾਈਆਂ ਗਈਆਂ ਔਰ ਅਖੀਰ ਅਭਿਸ਼ੇਕ ਵਰਮਾ ਜੀ ਦਾ ਕੱਲ ਟੈਸਟ ਹੋ ਗਿਆ ਔਰ ਮੈਂ ਕੱਲ ਮੀਡੀਆ ਦੀ ਰਿਪੋਰਟਸ ਦੇਖੀਆਂ ਨੇ। ਉਹਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ ਸਾਰੇ ਜਵਾਬ ਉਹਨਾਂ ਨੂੰ ਦੇ ਦਿੱਤੇ ਨੇ। ਉਹਨਾਂ ਜਵਾਬਾਂ ਦੇ ਵਿੱਚ ਕਿ ਜਿਹੜਾ ਸੁਰਿੰਦਰ ਸਿੰਘ ਮੇਨ ਗਵਾਹ ਸੀਗਾ, ਉਹਦੇ ਪੁੱਤਰ ਨੂੰ ਨਰਿੰਦਰ ਸਿੰਘ ਸ਼ਾਇਦ ਉਹਦਾ ਨਾਮ ਹੈ, ਉਸ ਨੂੰ ਬਾਹਰ ਭੇਜਣ ਦਾ, ਉਹਦਾ ਵੀਜ਼ਾ ਲਵਾਉਣ ਦਾ, ਉਸ ਨੂੰ 5 ਕਰੋੜ ਰੁਪਇਆ ਕੈਸ਼ ਦੇਣ ਦਾ, $50,000 ਦੇਣ ਦਾ, ਇਹ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ ਔਰ ਇਹ ਵੀ ਆਖਿਆ ਜੋ ਮੈਨੂੰ ਕੱਲ ਮੀਡੀਆ ਤੋਂ ਪਤਾ ਲੱਗਾ ਕਿ ਟਾਈਟਲਰ ਨੇ ਕਿਹਾ ਸੀ, ਜਗਦੀਸ਼ ਟਾਈਟਲਰ ਨੇ, ਕਿ ਅਗਰ ਇਹ ਸੁਰਿੰਦਰ ਸਿੰਘ ਦਾ ਕੰਮ ਹੋ ਜਵੇ ਤੇ ਮੈਂ ਬਚ ਜਾਣਾ ਵਾਂ। ਉਹ ਗਵਾਹੀ ਪਲਟ ਦੇਗਾ ਜਿਹੜੇ ਸੁਰਿੰਦਰ ਸਿੰਘ ਉਹਦੇ 'ਚ ਵਿਟਨੈਸ ਸੀਗੇ। ਮੈਂ ਸਮਝਦਾ ਕਿ ਇਹ ਹੋਣ ਤੋਂ ਬਾਅਦ ਇਮੀਡੀਏਟ ਅਰੈਸਟ ਟਾਈਟਲਰ ਦੀ ਅਸੀਂ ਡਿਮਾਂਡ ਕਰਦੇ ਹਾਂ ਔਰ ਅਭਿਸ਼ੇਕ ਵਰਮਾ ਜਿਹੜਾ ਹਾਈਲੀ ਕੱਲ ਵੀ ਉਹਨਾਂ ਨੇ ਆਖਿਆ ਕਿ ਮੈਨੂੰ ਧਮਕੀਆਂ ਬਾਰ-ਬਾਰ ਆ ਰਹੀਆਂ ਨੇ, ਉਸ ਦੇ ਉੱਤੇ ਹਮਲਾ ਹੋ ਸਕਦਾ। 164 ਦੇ ਉਹਦੇ ਬਿਆਨ ਹੋਣੇ ਚਾਹੀਦੇ ਨੇ। ਇਸ ਤੋਂ ਪਹਿਲੇ ਵੀ CBI ਨੇ ਕਲੀਨ ਚਿੱਟ ਦਿੱਤੀ ਸੀਗੀ ਪੁਲ ਬੰਗਸ਼ ਦੇ ਕੇਸ ਦੇ ਵਿੱਚ ਜਗਦੀਸ਼ ਟਾਈਟਲਰ ਨੂੰ। ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦੇ ਉੱਤੇ ਲੜਿਆ ਸੀ ਔਰ ਜਦੋਂ ਕਲੀਨ ਚਿੱਟ ਮਿਲ ਗਈ ਅਸੀਂ ਕੜਕੜਡੂਮਾ CBI ਕੋਰਟ ਦੇ ਵਿੱਚ ਗਵਾਹ ਸਾਹਮਣੇ ਲੈ ਕੇ ਆਏ, ਮਿਸਟਰ ਬੇਦੀ ਐਂਡ ਮਿਸਿਸ ਬੇਦੀ, ਹਸਬੈਂਡ ਵਾਈਫ, ਜਿਹੜੇ ਉਸ ਵੇਲੇ ਸੈਕਟਰੀ ਸੀ ਗੁਰਦੁਆਰੇ ਦੇ, ਜਿਨ੍ਹਾਂ ਦੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਇਆ ਸੀਗਾ। ਜਦੋਂ ਅਸੀਂ ਗਵਾਹ ਲੈ ਕੇ ਗਏ ਹਾਂ, CBI ਨੇ ਵਿਡਰਾਅ ਕੀਤੀ ਸੀ ਆਪਣੀ ਕਲੀਨ ਚਿੱਟ ਜਿਹੜੀ ਟਾਈਟਲਰ ਨੂੰ ਦਿੱਤੀ ਸੀ ਔਰ ਦੁਬਾਰਾ ਇਨਵੈਸਟੀਗੇਸ਼ਨ ਵਾਸਤੇ ਕੇਸ ਖੁੱਲ੍ਹ ਗਿਆ ਸੀਗਾ। ਮੈਂ ਇਹ ਸਮਝਦਾ ਵਾਂ ਕਿ ਬਹੁਤ ਵੱਡੀ ਸਾਜ਼ਿਸ਼ ਸਾਡੇ ਕੇਸਾਂ ਦੇ ਵਿੱਚ ਹੁੰਦੀ ਹੈ ਔਰ CBI ਜਿਹੜੀ ਹੈ ਉਹ ਅੱਜ ਵੀ ਕਿਤੇ ਹੀ ਸੋਚ ਰਹੀ ਹੈ ਕਿ ਗਾਂਧੀ ਪਰਿਵਾਰ ਦਾ ਰਾਜ ਹੈਗਾ। ਮੈਂ ਸਮਝਦਾ ਕਿ ਇਮੀਡੀਏਟ ਇਸ ਦੀ ਅਰੈਸਟ ਹੋਣੀ ਚਾਹੀਦੀ ਹੈ ਜਗਦੀਸ਼ ਟਾਈਟਲਰ ਦੀ। 164 ਦੇ ਬਿਆਨ ਅਭਿਸ਼ੇਕ ਵਰਮਾ ਦੇ ਹੋਣੇ ਚਾਹੀਦੇ ਨੇ ਔਰ ਇਹ ਜਿਹੜਾ ਕੇਸ ਹੈ ਇਹ ਡੇ ਟੂ ਡੇ ਬੇਸਿਸ ਤੇ ਚੱਲਣਾ ਚਾਹੀਦਾ ਔਰ ਅਭਿਸ਼ੇਕ ਵਰਮਾ ਦੀ ਸਿਕਿਉਰਿਟੀ ਜਿਹੜੀ ਹੈ ਉਹ ਪ੍ਰੋਵਾਈਡ ਹੋਣੀ ਚਾਹੀਦੀ ਹੈ ਜੇ ਉਹਦੇ 'ਚ ਕੋਈ ਕਮੀ ਪੇਸ਼ੀ ਨਾ ਰਹਿ ਜਾਵੇ, ਕਿਉਂਕਿ ਜਿਸ ਤਰੀਕੇ ਨਾਲ ਦੱਸ ਰਿਹਾ ਉਹਨੂੰ ਧਮਕੀਆਂ ਆ ਰਹੀਆਂ ਨੇ, ਮੈਂ ਸਮਝਦਾ ਬੜਾ ਸੀਰੀਅਸ ਮੈਟਰ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 549ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿੱਥੇ ਨਗਰ ਕੀਰਤਨ ਕੱਢਿਆ ਗਿਆ, ਉੱਥੇ ਹੀ 550ਵੇਂ ਪ੍ਰਕਾਸ਼ ਪੁਰਬ ਦੀ ਆਰੰਭਤਾ ਕੀਤੀ ਗਈ। ਇਹ ਨਗਰ ਕੀਰਤਨ ਦਿੱਲੀ ਦੇ ਕਾਲਕਾ ਜੀ ਇਲਾਕੇ ਵਿੱਚ ਕੱਢਿਆ ਗਿਆ ਅਤੇ ਸੰਗਤ ਨੇ ਵੀ ਵੱਡੀ ਗਿਣਤੀ 'ਚ ਆਪਣੀ ਹਾਜ਼ਰੀ ਲਵਾਈ।
ਕਾਲਕਾ ਜੀ ਸਿੰਘ ਸਭਾਵਾਂ ਵੱਲੋਂ ਜਿਹੜੀਆਂ ਸਾਰੀਆਂ ਰਲ ਕੇ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਔਰ 549ਵਾਂ ਜਿਹੜਾ ਪ੍ਰਕਾਸ਼ ਪੁਰਬ ਜਿਹੜਾ ਆਗਾਜ਼ ਹੋਇਆ 550 ਦਾ ਉਹਦੀ ਸਮੁੱਚੀ ਸੰਗਤਾਂ ਨੂੰ ਜਿੱਥੇ ਮੈਂ ਲੱਖ ਲੱਖ ਵਧਾਈ ਦਿੰਦਾ। ਅੱਜ ਇਹ ਉਪਰਾਲਾ ਜਿਹੜਾ ਹਰ ਸਾਲ ਸਾਰੀਆਂ ਸਿੰਘ ਸਭਾਵਾਂ ਮਿਲ ਕੇ ਕਰਦੀਆਂ ਨੇ। ਗੁਰਦੁਆਰਾ ਸਿੰਘ ਸਭਾ ਬੀ ਬਲਾਕ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਪੂਰੀ ਕਾਲਕਾ ਜੀ ਗੋਬਿੰਦਪੁਰੀ ਐਕਸਟੈਂਸ਼ਨ ਹੁੰਦਾ ਹੋਇਆ ਤੁਗਲਕਾਬਾਦ ਜਾ ਕੇ ਦੀ ਸਮਾਪਤੀ ਹੋਣੀ ਹੈ ਔਰ ਸਮੂਚੇ ਇਲਾਕੇ ਦੀਆਂ ਸੰਗਤਾਂ ਇਹਦੇ ਵਿੱਚ ਸ਼ਮੂਲੀਅਤ ਪਾ ਰਹੀਆਂ। ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਔਰ ਗੁਰੂ ਮਹਾਰਾਜ ਦਾ ਦਿੱਤੇ ਹੋਏ ਉਪਦੇਸ਼ ਤੇ ਚੱਲਣ ਤੇ ਕਿ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੀ ਗੱਲ ਦੇ ਉੱਤੇ ਅਸੀਂ ਜਿਹੜਾ ਹਮੇਸ਼ਾ ਆਪਣਾ ਪੈਰਾ ਦਿੱਤਾ। ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ, ਗੁਰੂ ਮਹਾਰਾਜ ਦੇ ਲੜ ਲੱਗੀਏ ਔਰ 550ਵਾਂ ਸਾਲ ਆ ਰਿਹਾ ਜਿਹੜਾ ਹਰ ਸਾਲ ਅਗਲੇ ਸਾਲ ਅਸੀਂ ਉਹਦੇ ਲਈ ਜੋ ਤਿਆਰੀਆਂ ਕਰ ਰਹੇ ਹਾਂ। ਸਮੂਹ ਸੰਗਤਾਂ ਨੇ ਪ੍ਰੋਗਰਾਮ ਬਣਾਇਆ ਕਿ ਹਰ ਇਲਾਕੇ ਦੇ ਵਿੱਚ ਇਲਾਕੇ ਦੇ ਹਰ ਸਿੰਘ ਸਭਾ ਦੇ ਵਿੱਚ ਵੱਡੇ ਪੱਧਰ ਤੇ ਪ੍ਰੋਗਰਾਮ ਮਨਾਏ ਜਾਣਗੇ। ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਾਂ। ਮੈਂ ਧੰਨਵਾਦ ਕਰਾਂਗਾ ਮੋਦੀ ਸਰਕਾਰ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਜਿੱਥੇ 5 ਤਖਤਾਂ ਨੂੰ ਜੋੜਨ ਦੀ ਗੱਲ ਕੀਤੀ ਸੀ। ਬੀਬਾ ਹਰਸਿਮਰਤ ਕੌਰ ਬਾਦਲ ਦੀ ਇਹ ਡਿਮਾਂਡ ਸੀ ਔਰ ਉਹਨਾਂ ਨੇ ਅੱਜ ਜਿਹੜੀ ਸਾਨੂੰ ਮਨਜ਼ੂਰੀ ਦਿੱਤੀ ਗਈ ਹੈ ਕਿ 14 ਤਰੀਕ ਨੂੰ ਜਿਹੜੀ ਇੱਥੋਂ ਟ੍ਰੇਨ ਸ਼ੁਰੂ ਹੋਣੀ ਹੈ ਪਟਨਾ ਸਾਹਿਬ ਦਿੱਲੀ ਤੋਂ ਨੰਦੇੜ ਸਾਹਿਬ, ਨੰਦੇੜ ਸਾਹਿਬ ਤੋਂ ਪਟਨਾ ਸਾਹਿਬ, ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ, ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਹੁੰਦੀ ਹੋਈ ਬਠਿੰਡੇ ਸਾਬੋ ਕੀ ਤਲਵੰਡੀ ਇਹਦੀ ਸਮਾਪਤੀ ਹੋਣੀ ਹੈ। 10 ਦਿਨ ਦਾ ਇਹ ਰੂਟ ਬਣੇਗਾ ਔਰ 14 ਤਰੀਕ ਤੋਂ ਇਹਦੀ ਆਰੰਭਤਾ ਸਫਦਰਜੰਗ ਰੇਲਵੇ ਸਟੇਸ਼ਨ ਤੋਂ ਸ਼ੁਰੂ ਕੀਤੀ ਜਾਣੀ ਹੈ। ਮੈਂ ਸਮਝਦਾ ਕਿ ਸਾਰੇ ਜਿਨ੍ਹਾਂ ਨੇ ਅੱਜ ਤੱਕ 5 ਤਖਤਾਂ ਦੇ ਦਰਸ਼ਨ ਨਹੀਂ ਕੀਤੇ, ਬਹੁਤ ਸੋਹਣਾ ਉਪਰਾਲਾ ਔਰ ਬਹੁਤ ਸੋਹਣਾ ਉਹਨਾਂ ਨੂੰ ਅਵਸਰ ਮਿਲਿਆ ਹੈ ਕਿ ਉਹਦੇ ਵਿੱਚ ਤਖਤਾਂ ਦੇ ਜਾ ਕੇ ਦਰਸ਼ਨ ਕਰ ਸਕਣ। ਮੈਂ ਧੰਨਵਾਦ ਕਰਾਂਗਾ ਬੀਬਾ ਹਰਸਿਮਰਤ ਕੌਰ ਬਾਦਲ ਦਾ ਔਰ ਖਾਸ ਤੌਰ ਤੇ ਮੋਦੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਇਹ ਦਿੱਤਾ। ਨਾਲ ਹੀ ਧੰਨਵਾਦ ਕਰਾਂਗਾ ਜਿਹੜਾ ਸਿੱਖਾਂ ਦੀ 70 ਸਾਲ ਦੀ ਮੰਗ ਸੀ ਖੁੱਲੇ ਦਰਸ਼ਨ ਦੀਦਾਰੇ ਦੀ, ਅਸੀਂ ਜਿਹੜੀਆਂ ਗੁਰਧਾਮਾਂ ਨੂੰ ਸਾਡੇ ਤੋਂ ਵਿਛੋੜਿਆ ਗਿਆ ਉਹਨਾਂ ਦੀ ਅਸੀਂ ਜਿਹੜੀ ਮੰਗ ਨੂੰ ਉਹਨਾਂ ਨੇ ਪੂਰਾ ਕੀਤਾ। ਜਿਹੜੀ ਅਰਦਾਸ ਹਰ ਸਿੱਖ ਉੱਠਦੇ ਸਵੇਰੇ ਸ਼ਾਮੀ ਸੌਂਦੇ ਕਰਦਾ ਸੀ ਅੱਜ ਉਹ ਪੂਰੀ ਹੋਈ ਹੈ ਔਰ ਜਿਹੜਾ ਲਾਂਘਾ ਬੰਨਣ ਦੀ ਗੱਲ ਕੀਤੀ ਹੈ ਸਰਕਾਰ ਨੇ, ਮੋਦੀ ਸਾਹਿਬ ਨੇ ਔਰ ਉੱਥੋਂ ਦੀ ਸਰਕਾਰ ਪਾਕਿਸਤਾਨ ਦੀ ਦੋਨਾਂ ਨੇ ਜਿਹੜਾ ਕੀਤਾ, ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ। ਗੂੰਜਾਂ ਸਿੱਖ ਵਿਰਸੇ ਦੀਆਂ ਸਾਡੀ ਖਾਸ ਪੇਸ਼ਕਸ਼ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਸਾਨੂੰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਕੋਈ ਸੁਝਾਅ ਜਾਂ ਰਾਏ ਦੇਣਾ ਚਾਹੁੰਦੇ ਹੋ ਤਾਂ ਸਾਡਾ ਈਮੇਲ ਪਤਾ ਨੋਟ ਕਰ ਲਓ। ਸਾਡਾ ਈਮੇਲ ਪਤਾ ਹੈ feedback@ptcnetwork.tv। ਫਿਲਹਾਲ ਦਿਓ ਇਜਾਜ਼ਤ, ਅਗਲੇ ਹਫਤੇ ਮੁੜ ਹੋਵਾਂਗੇ ਹਾਜ਼ਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।